ਲੋਕਾਂ ਤੋਂ ਕੰਮ ਲੈਣ ਦੇ ਮੌਲਿਕ ਗੁਰ। ਅਧਿਆਇ ਚੌਥਾ। ਇਸ ਪੁਸਤਕ ਤੋਂ ਜ਼ਿਆਦਾ ਲਾਭ ਉਠਾਉਣ ਦੇ ਲਈ 9 ਸੰਕੇਤ। ਪਹਿਲਾ ਸੰਕੇਤ, ਜੇ ਤੁਸੀਂ ਇਸ ਪੁਸਤਕ ਤੋਂ ਜ਼ਿਆਦਾ ਲਾਭ ਉਠਾਉਣਾ ਚਾਹੁੰਦੇ ਹੋ ਤਾਂ ਇਸ ਦੇ ਲਈ ਗੱਲ ਜ਼ਰੂਰੀ ਹੈ, ਇੱਕ ਅਜਿਹੀ ਅਰਥਪੂਰਨ ਗੱਲ ਜੋ ਸਾਰੇ ਨਿਯਮਾਂ ਜਾਂ ਗੁਰਾਂ ਨਾਲੋਂ ਜ਼ਿਆਦਾ ਮਹੱਤਵ ਰੱਖਦੀ ਹੈ। ਜਦੋਂ ਤੱਕ ਤੁਹਾਡੇ ਕੋਲ ਇੱਕ ਉਹ ਜ਼ਰੂਰੀ ਵਸਤੂ ਨਹੀਂ ਹੈ, ਉਦੋਂ ਤੱਕ ਅਧਿਐਨ ਕਰਨ ਦੀ ਵਿਧੀ ਦੇ ਵਿਸ਼ੇ ਵਿੱਚ 1000 ਨਿਯਮ ਵੀ ਕਿਸੇ ਕੰਮ ਦੇ ਨਹੀਂ। ਅਤੇ ਜੇ ਤੁਹਾਡੇ ਕੋਲ ਉਹ ਪ੍ਰਧਾਨ ਗੁਣ ਹੈ ਤਾਂ ਫਿਰ ਤੁਸੀਂ ਕਿਸੇ ਪੁਸਤਕ ਤੋਂ ਜ਼ਿਆਦਾ ਲਾਭ ਉਠਾ ਸਕਦੇ ਹੋ। ਇਸ ਵਿਸ਼ੇ ਵਿੱਚ ਕੋਈ ਵੀ ਸੰਕੇਤ ਪੜ੍ਹੇ ਬਿਨਾਂ ਹੀ ਕਮਾਲ ਕਰ ਸਕਦੇ ਹੋ। ਉਹ ਜਾਦੂ ਭਰੀ ਸ਼ਰਤ ਕੀ ਹੈ? ਉਹ ਹੈ ਲੋਕਾਂ ਦੇ ਨਾਲ ਵਿਹਾਰ ਕਰਨਾ ਸਿੱਖਣ ਦੀ ਗੂੜ੍ਹੀ ਅਤੇ ਅੱਗੇ ਧਕੇਲਣ ਵਾਲੀ ਉਤਕੰਠਾ ਅਤੇ ਵਿਹਾਰ ਕਰਨ ਦੇ ਸੰਬੰਧ ਵਿੱਚ ਆਪਣੀ ਯੋਗਤਾ ਨੂੰ ਵਧਾਉਣ ਦਾ ਪ੍ਰਬਲ ਅਤੇ ਦ੍ਰਿੜ ਸੰਕਲਪ। ਅਜਿਹੀ ਇੱਛਾ ਨੂੰ ਤੁਸੀਂ ਕਿਵੇਂ ਵਿਕਸਿਤ ਕਰ ਸਕਦੇ ਹੋ? ਆਪਣੇ ਆਪ ਨੂੰ ਲਗਾਤਾਰ ਯਾਦ ਦਿਵਾਉਂਦੇ ਰਹਿਣ ਨਾਲ ਕਿ ਇਹ ਸਿਧਾਂਤ ਤੁਹਾਡੇ ਲਈ ਕਿੰਨਾ ਮਹੱਤਵਪੂਰਨ ਹੈ। ਆਪਣੇ ਮਨ ਵਿੱਚ ਇਸ ਗੱਲ ਦੀ ਤਸਵੀਰ ਖਿੱਚੋ ਕਿ ਇਹਨਾਂ ਦਾ ਗਿਆਨ ਪ੍ਰਾਪਤ ਕਰ ਲੈਣ ਨਾਲ ਤੁਹਾਨੂੰ ਆਪਣੀ ਸਮਾਜਿਕ ਅਤੇ ਆਰਥਿਕ ਸਥਿਤੀ ਨੂੰ ਉੱਨਤ ਕਰਨ ਵਿੱਚ ਕਿੰਨੀ ਵੱਡੀ ਸਹਾਇਤਾ ਮਿਲੇਗੀ। ਆਪਣੇ ਮਨ ਵਿੱਚ ਵਾਰ-ਵਾਰ ਕਹੋ, ਮੇਰੀ ਲੋਕਪ੍ਰਿਯਤਾ, ਮੇਰਾ ਸੁੱਖ ਅਤੇ ਮੇਰੀ ਆਮਦਨ ਲੋਕਾਂ ਦੇ ਵਿਹਾਰ ਕਰਨ ਵਿੱਚ ਮੇਰੀ ਚਤੁਰਤਾ ਉੱਤੇ ਹੀ ਬਹੁਤ ਕੁਝ ਨਿਰਭਰ ਕਰਦੀ ਹੈ। ਦੂਜਾ ਭਾਗ, ਹਰ ਇੱਕ ਅਧਿਆਇ ਨੂੰ ਪਹਿਲਾਂ ਜਲਦੀ ਪੜ੍ਹ ਜਾਵੋ ਤਾਂ ਕਿ ਸਰਸਰੀ ਤੌਰ 'ਤੇ ਉਸ ਦਾ ਵਿਸ਼ਾ ਮਾਲੂਮ ਹੋ ਜਾਵੇ। ਫਿਰ ਜ਼ਿਆਦਾ ਸੰਭਵ ਹੈ ਕਿ ਤੁਹਾਨੂੰ ਅਗਲਾ ਅਧਿਆਇ ਪੜ੍ਹਨ ਦਾ ਲਾਲਚ ਹੋਵੇ, ਪਰੰਤੂ ਅਜਿਹਾ ਨਾ ਕਰੋ। ਹਾਂ, ਜੇ ਤੁਸੀਂ ਮਨੋਰੰਜਨ ਦੇ ਲਈ ਪੜ੍ਹ ਰਹੇ ਹੋ ਤਾਂ ਦੂਸਰੀ ਗੱਲ ਹੈ, ਪਰੰਤੂ ਜੇ ਤੁਸੀਂ ਮਨੁੱਖਾਂ ਦੇ ਨਾਲ ਮੇਲ ਜੋਲ ਉਤਪੰਨ ਕਰਨ ਲਈ ਆਪਣੀ ਯੋਗਤਾ ਦੇ ਉਦੇਸ਼ ਨਾਲ ਪੜ੍ਹ ਰਹੇ ਹੋ ਤਾਂ ਫਿਰ ਪਿੱਛੇ ਮੁੜੋ ਅਤੇ ਹਰੇਕ ਅਧਿਆਇ ਨੂੰ ਦੁਬਾਰਾ ਚੰਗੀ ਤਰ੍ਹਾਂ ਨਾਲ ਪੜ੍ਹੋ। ਅੰਤ ਵਿੱਚ ਇਸ ਨਾਲ ਇੱਕ ਤਾਂ ਤੁਹਾਡਾ ਸਮਾਂ ਬਚੇਗਾ ਅਤੇ ਦੂਜਾ ਇਸ ਦਾ ਫਲ ਵੀ ਮਿਲੇਗਾ। ਭਾਗ ਤੀਜਾ, ਜੋ ਤੁਸੀਂ ਪੜ੍ਹ ਰਹੇ ਹੋ ਉਸ 'ਤੇ ਵਿਚਾਰ ਕਰਨ ਦੇ ਲਈ ਪੜ੍ਹਦੇ ਸਮੇਂ ਵਾਰ-ਵਾਰ ਠਹਿਰੋ। ਆਪਣੇ ਮਨ ਵਿੱਚ ਸੋਚੋ ਕਿ ਹਰੇਕ ਸੰਕੇਤ ਦਾ ਪ੍ਰਯੋਗ ਤੁਸੀਂ ਕਿਵੇਂ ਅਤੇ ਕਦੋਂ ਕਰ ਸਕਦੇ ਹੋ। ਉਸ ਪ੍ਰਕਾਰ ਦਾ ਪੜ੍ਹਨਾ ਖਰਗੋਸ਼ ਦੇ ਪਿੱਛੇ ਕੁੱਤੇ ਦੇ ਸਰਪਟ ਦੌੜਨ ਦੀ ਤਰ੍ਹਾਂ ਜਲਦੀ ਪੜ੍ਹਨ ਨਾਲੋਂ ਜ਼ਿਆਦਾ ਲਾਭਦਾਇਕ ਹੋਵੇਗਾ। ਭਾਗ ਚੌਥਾ, ਹੱਥ ਵਿੱਚ ਲਾਲ ਪੈਨਸਿਲ, ਕਾਲੀ ਪੈਨਸਿਲ ਜਾਂ ਫਾਊਂਟੇਨ ਪੈਨ ਲੈ ਕੇ ਪੜ੍ਹੋ। ਜੋ ਤੁਸੀਂ ਸੰਕੇਤ ਦੇਖੋ ਜਿਸ ਦਾ ਉਪਯੋਗ ਹੋ ਰਿਹਾ ਹੈ, ਤੁਸੀਂ ਅਨੁਭਵ ਕਰਦੇ ਹੋ ਕਿ ਤੁਸੀਂ ਕਰ ਸਕਦੇ ਹੋ ਤਾਂ ਉਸ ਦੇ ਹੇਠਾਂ ਲਕੀਰ ਖਿੱਚ ਦਿਓ ਜਾਂ ਇਸ ਉੱਤੇ ਕਾਟੀ ਦੇ ਨਿਸ਼ਾਨ ਲਗਾ ਦਿਓ। ਨਿਸ਼ਾਨ ਲਗਾਉਣ ਅਤੇ ਹੇਠਾਂ ਲਕੀਰ ਖਿੱਚਣ ਨਾਲ ਪੁਸਤਕ ਜ਼ਿਆਦਾ ਮਨੋਰੰਜਕ ਬਣ ਜਾਂਦੀ ਹੈ ਅਤੇ ਉਸ ਨੂੰ ਜਲਦੀ ਨਾਲ ਦੁਬਾਰਾ ਪੜ੍ਹ ਜਾਣਾ ਬਹੁਤ ਸਰਲ ਹੋ ਜਾਂਦਾ ਹੈ। ਅਧਿਆਇ ਪੰਜਵਾਂ, ਮੈਂ ਇੱਕ ਮਨੁੱਖ ਨੂੰ ਜਾਣਦਾ ਹਾਂ ਜੋ 15 ਵਰ੍ਹੇ ਇੱਕ ਵੱਡੀ ਇੰਸ਼ੋਰੈਂਸ ਕੰਪਨੀ ਦੇ ਦਫ਼ਤਰ ਦਾ ਪ੍ਰਬੰਧਕ ਰਿਹਾ ਹੈ। ਉਹ ਹਰ ਮਹੀਨੇ ਇੰਸ਼ੋਰੈਂਸ ਦੇ ਉਹ ਸਭ ਇਕਰਾਰਨਾਮੇ ਪੜ੍ਹਦਾ ਹੈ ਜੋ ਉਸ ਦੀ ਕੰਪਨੀ ਜਾਰੀ ਕਰਦੀ ਹੈ। ਹਾਂ, ਉਹ ਉਹਨਾਂ ਹੀ ਇਕਰਾਰਨਾਮਿਆਂ ਨੂੰ ਮਹੀਨਿਆਂ ਅਤੇ ਸਾਲਾਂ ਤੱਕ ਪੜ੍ਹਦਾ ਹੈ, ਕਿਉਂਕਿ ਅਨੁਭਵ ਨੇ ਉਸ ਨੂੰ ਸਿਖਾਇਆ ਹੈ ਕਿ ਉਹੀ ਇੱਕ ਵਿਧੀ ਹੈ ਜਿਸ ਨਾਲ ਉਹ ਉਹਨਾਂ ਦੀਆਂ ਸ਼ਰਤਾਂ ਨੂੰ ਠੀਕ ਯਾਦ ਰੱਖ ਸਕਦਾ ਹੈ। ਇੱਕ ਵਾਰ ਮੈਂ ਸਾਰਵਜਨਿਕ ਵਕਤਾ ਦੇ ਤੌਰ 'ਤੇ ਕਲਾ ਉੱਤੇ ਇੱਕ ਪੁਸਤਕ ਲਿਖਣ ਵਿੱਚ ਲਗਭਗ 2 ਸਾਲ ਖਰਚ ਕੀਤੇ। ਫਿਰ ਵੀ ਮੈਂ ਦੇਖਦਾ ਹਾਂ ਕਿ ਮੈਂ ਆਪਣੀ ਪੁਸਤਕ ਵਿੱਚ ਜੋ ਕੁਝ ਲਿਖਿਆ ਸੀ ਉਸ ਨੂੰ ਯਾਦ ਰੱਖਣ ਦੇ ਲਈ ਮੈਨੂੰ ਸਮੇਂ 'ਤੇ ਉਸ ਨੂੰ ਫਿਰ ਪੜ੍ਹਦੇ ਰਹਿਣ ਦੀ ਜ਼ਰੂਰਤ ਹੈ। ਜਿਸ ਜਲਦੀ ਨਾਲ ਅਸੀਂ ਗੱਲਾਂ ਨੂੰ ਭੁੱਲ ਜਾਂਦੇ ਹਾਂ ਉਸ ਉੱਤੇ ਹੈਰਾਨੀ ਹੁੰਦੀ ਹੈ। ਇਸ ਲਈ ਜੇ ਤੁਸੀਂ ਇਹ ਪੁਸਤਕ ਦਾ ਵਾਸਤਵਿਕ ਅਤੇ ਸਥਾਈ ਲਾਭ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਮਝੋ ਕਿ ਇੱਕ ਵਾਰ ਇਸ ਨੂੰ ਸਰਸਰੀ ਤੌਰ 'ਤੇ ਦੇਖਿਆ ਜਾਣਾ ਹੀ ਕਾਫੀ ਹੋਵੇਗਾ। ਇਸ ਨੂੰ ਭਲੀ ਭਾਂਤੀ ਪੜ੍ਹ ਜਾਣ ਦੇ ਬਾਅਦ ਤੁਹਾਨੂੰ ਹਰ ਮਹੀਨੇ ਇਸ ਨੂੰ ਦੁਬਾਰਾ ਦੇਖਣ ਉੱਤੇ ਕੁਝ ਘੰਟੇ ਅਵੱਸ਼ ਖਰਚ ਕਰਨੇ ਚਾਹੀਦੇ ਹਨ। ਇਸ ਨੂੰ ਨਿੱਤ ਆਪਣੇ ਸਾਹਮਣੇ ਮੇਜ਼ ਉੱਤੇ ਰੱਖੋ। ਇਸ ਨੂੰ ਵਾਰ-ਵਾਰ ਦੇਖਿਆ ਕਰੋ। ਲਗਾਤਾਰ ਆਪਣੇ ਮਨ ਉੱਤੇ ਸੰਸਕਾਰ ਪਾਉਂਦੇ ਰਹੋ ਕਿ ਇਸ ਪੁਸਤਕ ਦੀ ਸਹਾਇਤਾ ਨਾਲ ਮੈਂ ਕਿੰਨੀ ਵੱਡੀ ਉੱਨਤੀ ਕਰ ਸਕਦਾ ਹਾਂ। ਯਾਦ ਰਹੇ ਕਿ ਜੋ ਤੁਸੀਂ ਇਹਨਾਂ ਸਿਧਾਂਤਾਂ ਉੱਤੇ ਵਾਰ-ਵਾਰ ਵਿਚਾਰ ਅਤੇ ਇਹਨਾਂ ਦਾ ਵਾਰ-ਵਾਰ ਪ੍ਰਯੋਗ ਕਰੋਗੇ ਤਾਂ ਇਹ ਤੁਹਾਡੇ ਸੁਭਾਅ ਦਾ ਹਿੱਸਾ ਬਣ ਜਾਣਗੇ ਅਤੇ ਉਦੋਂ ਹੀ ਤੁਸੀਂ ਨਾ ਜਾਣਦੇ ਹੋਏ ਵੀ ਇਹਨਾਂ ਉੱਤੇ ਆਚਰਣ ਕਰ ਸਕੋਗੇ। ਹੋਰ ਕੋਈ ਵਿਧੀ ਨਹੀਂ ਹੈ। ਭਾਗ ਛੇਵਾਂ, ਬਰਨਾਰਡ ਸ਼ਾਮ ਨੇ ਇੱਕ ਵਾਰ ਕਿਹਾ ਸੀ, ਜੇ ਤੁਸੀਂ ਕਿਸੇ ਮਨੁੱਖ ਨੂੰ ਕੋਈ ਗੱਲ ਸਿਖਾਓਗੇ ਤਾਂ ਉਹ ਕਦੇ ਨਹੀਂ ਸਿੱਖੇਗਾ। ਸ਼ਾਹ ਦਾ ਕਥਨ ਸੱਚ ਸੀ। ਸਿੱਖਣਾ ਇੱਕ ਸਕਰਮਕ ਪ੍ਰਕਿਰਿਆ ਹੈ। ਅਸੀਂ ਕਰਮ ਦੁਆਰਾ ਹੀ ਕੋਈ ਗੱਲ ਸਿੱਖਦੇ ਹਾਂ। ਇਸ ਲਈ ਜੇ ਤੁਸੀਂ ਉਹਨਾਂ ਸਿਧਾਂਤਾਂ ਦੇ ਪੂਰਨ ਜਾਣਕਾਰ ਬਣਨਾ ਚਾਹੁੰਦੇ ਹੋ ਜਿਨ੍ਹਾਂ ਦਾ ਅਧਿਐਨ ਤੁਸੀਂ ਇਸ ਪੁਸਤਕ ਵਿੱਚ ਕਰ ਰਹੇ ਹੋ ਤਾਂ ਉਹਨਾਂ ਦੇ ਵਿਸ਼ੇ ਵਿੱਚ ਕੁਝ ਕਰੋ।
ਜਦੋਂ ਜਦੋਂ ਵੀ ਸਹਿਯੋਗ ਮਿਲੇ ਇਹਨਾਂ ਨਿਯਮਾਂ ਦਾ ਪ੍ਰਯੋਗ ਕਰੋ। ਜੇ ਤੁਸੀਂ ਨਹੀਂ ਕਰ ਸਕਦੇ ਤਾਂ ਤੁਸੀਂ ਇਹਨਾਂ ਨੂੰ ਜਲਦੀ ਨਾਲ ਭੁੱਲ ਜਾਵੋਗੇ। ਜੋ ਗਿਆਨ ਉਪਯੋਗ ਵਿੱਚ ਲਿਆਂਦਾ ਜਾਂਦਾ ਹੈ ਸਿਰਫ ਉਹੀ ਤੁਹਾਡੇ ਮਨ ਵਿੱਚ ਠਹਿਰਦਾ ਹੈ। ਸੰਭਵ ਹੈ ਹਰੇਕ ਸਮੇਂ ਇਹਨਾਂ ਸੰਕੇਤਾਂ ਦਾ ਪ੍ਰਯੋਗ ਤੁਹਾਨੂੰ ਮੁਸ਼ਕਲ ਜਾਣ ਪਵੇਗਾ। ਮੈਂ ਜਾਣਦਾ ਹਾਂ ਕਿਉਂਕਿ ਮੈਂ ਪੁਸਤਕ ਲਿਖੀ ਹੈ ਅਤੇ ਫਿਰ ਵੀ ਜਿਨ੍ਹਾਂ ਗੱਲਾਂ ਦਾ ਮੈਂ ਸਮਰਥਨ ਕੀਤਾ ਹੈ ਉਹਨਾਂ ਸਭ ਦਾ ਪ੍ਰਯੋਗ ਕਰਨਾ ਮੈਂ ਬਹੁਤ ਕਠਿਨ ਪਾਉਂਦਾ ਹਾਂ। ਉਦਾਹਰਨ ਦੇ ਤੌਰ 'ਤੇ ਜਿਸ ਸਮੇਂ ਤੁਸੀਂ ਨਾਖੁਸ਼ ਹੋ ਉਸ ਸਮੇਂ ਦੂਸਰੇ ਵਿਅਕਤੀ ਦੇ ਦ੍ਰਿਸ਼ਟੀਕੋਣ ਨੂੰ ਸਮਝਣ ਦਾ ਯਤਨ ਕਰਨ ਦੀ ਬਨਸਪਤ ਆਲੋਚਨਾ ਕਰਨ ਦੇ ਦੋਸ਼ ਦੇਣਾ ਬਹੁਤ ਜ਼ਿਆਦਾ ਸੌਖਾ ਹੁੰਦਾ ਹੈ। ਦੂਸਰੇ ਦੀ ਪ੍ਰਸ਼ੰਸਾ ਦੀ ਗੱਲ ਲੱਭਣ ਦੀ ਬਜਾਏ ਉਸ ਵਿੱਚ ਛੇਦ ਲੱਭਣਾ ਬਹੁਤ ਜ਼ਿਆਦਾ ਸਰਲ ਹੁੰਦਾ ਹੈ। ਜੋ ਕੁਝ ਦੂਸਰਾ ਵਿਅਕਤੀ ਚਾਹੁੰਦਾ ਹੈ ਉਸ ਦੇ ਵਿਸ਼ੇ ਵਿੱਚ ਗੱਲ ਕਰਨ ਦੀ ਬਜਾਏ ਜੋ ਕੁਝ ਅਸੀਂ ਚਾਹੁੰਦੇ ਹਾਂ ਉਸ ਦੇ ਵਿਸ਼ੇ ਵਿੱਚ ਗੱਲ ਕਰਨਾ ਜ਼ਿਆਦਾ ਸੁਭਾਵਿਕ ਹੈ। ਇਸੇ ਪ੍ਰਕਾਰ ਬਾਕੀ ਗੱਲਾਂ ਸਮਝੋ। ਇਸ ਲਈ ਜਿਸ ਸਮੇਂ ਤੁਸੀਂ ਇਹ ਪੁਸਤਕ ਪੜ੍ਹ ਰਹੇ ਹੋ ਯਾਦ ਰੱਖੋ ਤੁਸੀਂ ਸਿਰਫ ਜਾਣਕਾਰੀ ਪ੍ਰਾਪਤ ਕਰਨ ਦਾ ਹੀ ਯਤਨ ਨਹੀਂ ਕਰ ਰਹੇ ਹੋ, ਤੁਸੀਂ ਨਵੇਂ ਸੁਭਾਅ ਬਣਾਉਣ ਦਾ ਯਤਨ ਕਰ ਰਹੇ ਹੋ। ਹਾਂ, ਤੁਸੀਂ ਜੀਵਨ ਦੀ ਇੱਕ ਨਵੀਨ ਪ੍ਰਣਾਲੀ ਦਾ ਵੀ ਉਪਯੋਗ ਕਰ ਰਹੇ ਹੋ। ਇਸ ਦੇ ਲਈ ਸਮਾਂ, ਅਧਿਐਨ ਅਤੇ ਦੈਨਿਕ ਪ੍ਰਯੋਗ ਦੀ ਜ਼ਰੂਰਤ ਹੈ। ਇਸ ਲਈ ਇਹਨਾਂ ਪੰਨਿਆਂ ਉੱਤੇ ਵਾਰ-ਵਾਰ ਵਿਚਾਰ ਕਰੋ। ਇਸ ਨੂੰ ਮਨੁੱਖੀ ਸੰਬੰਧਾਂ ਉੱਤੇ ਇੱਕ ਵਿਹਾਰਕ ਗੁਟਕਾ ਸਮਝੋ ਅਤੇ ਜਦੋਂ ਕਦੇ ਨਿਸ਼ਚਿਤ ਸਮਿਆਂ ਵਿੱਚ ਜਿਵੇਂ ਕਿ ਬੱਚੇ ਨੂੰ ਦਰੁਸਤ ਕਰਨਾ, ਪਤਨੀ ਨੂੰ ਆਪਣੇ ਵਿਚਾਰਾਂ ਦੀ ਬਣਾਉਣਾ ਜਾਂ ਕਿਸੇ ਚਿੜੇ ਹੋਏ ਗਾਹਕ ਨੂੰ ਸੰਤੁਸ਼ਟ ਕਰਨਾ ਤੁਹਾਡੇ ਸਾਹਮਣੇ ਆਵੇ ਤਾਂ ਸੁਭਾਵਿਕ ਗੱਲ ਆਵੇਗਾ। ਆਵੇਗ ਵਾਲੀ ਗੱਲ ਕਰਨ ਤੋਂ ਸੰਕੋਚ ਕਰੋ। ਉਹ ਆਮ ਤੌਰ 'ਤੇ ਗਲਤ ਹੁੰਦੀ ਹੈ। ਉਸ ਦੀ ਬਜਾਏ ਇਹਨਾਂ ਪੰਨਿਆਂ ਨੂੰ ਖੋਲ੍ਹੋ ਅਤੇ ਜਿਨ੍ਹਾਂ ਵਾਕਾਂ ਉੱਤੇ ਤੁਸੀਂ ਚਿੰਨ੍ਹ ਲਗਾਏ ਸੀ ਜਾਂ ਜਿਨ੍ਹਾਂ ਨੂੰ ਤੁਸੀਂ ਅੰਡਰਲਾਈਨ ਕੀਤਾ ਸੀ ਉਹਨਾਂ ਉੱਤੇ ਦੁਬਾਰਾ ਵਿਚਾਰ ਕਰੋ। ਫਿਰ ਇਹਨਾਂ ਨਵੀਨ ਵਿਧੀਆਂ ਦਾ ਪ੍ਰਯੋਗ ਕਰੋ ਅਤੇ ਦੇਖੋ ਇਹ ਤੁਹਾਡੇ ਲਈ ਕੀ ਜਾਦੂ ਕਰ ਸਕਦੇ ਹਨ, ਕਿਵੇਂ ਤੁਹਾਨੂੰ ਜਾਦੂਗਰੀ ਦੀ ਇੱਕ ਕਲਾ ਸਿਖਾ ਦਿੰਦੇ ਹਨ। ਇੱਕ 7ਵਾਂ ਭਾਗ। ਇੱਕ ਮਹੱਤਵਪੂਰਨ ਬੈਂਕ ਦੇ ਪ੍ਰੈਜ਼ੀਡੈਂਟ ਨੇ ਇੱਕ ਵਾਰ ਮੇਰੀ ਇੱਕ ਸ਼੍ਰੇਣੀ ਦੇ ਸਾਹਮਣੇ ਇੱਕ ਬਹੁਤ ਹੀ ਯੋਗ ਪ੍ਰਣਾਲੀ ਦਾ ਵਰਣਨ ਕੀਤਾ ਸੀ। ਇਸ ਪ੍ਰਣਾਲੀ ਦਾ ਪ੍ਰਯੋਗ ਉਹ ਆਤਮ ਉੱਨਤੀ ਦੇ ਲਈ ਕਰਿਆ ਕਰਦਾ ਸੀ। ਇਸ ਮਨੁੱਖ ਨੇ ਪਹਿਲਾਂ ਸਕੂਲ ਵਿੱਚ ਥੋੜ੍ਹੀ ਸਿੱਖਿਆ ਪਾਈ, ਫਿਰ ਵੀ ਉਹ ਹੁਣ ਅਮਰੀਕਾ ਦਾ ਇੱਕ ਬਹੁਤ ਹੀ ਮਹੱਤਵਪੂਰਨ ਅਰਥ ਵਿਦਿਆ ਵਿਸ਼ਾਰਦ ਹੈ। ਉਸਨੇ ਸਵੀਕਾਰ ਕੀਤਾ ਹੈ ਕਿ ਉਸਦੀ ਸਫਲਤਾ ਦਾ ਜ਼ਿਆਦਾਤਰ ਕਾਰਨ ਉਸਦੀ ਘਰ ਦੀ ਬਣਾਈ ਹੋਈ ਪ੍ਰਣਾਲੀ ਦਾ ਲਗਾਤਾਰ ਪ੍ਰਯੋਗ ਹੈ। ਉਹ ਜੋ ਕੁਝ ਵੀ ਕਰਦਾ ਹੈ ਉਹ ਇਹ ਹੈ। ਮੈਂ ਜਿੱਥੋਂ ਤੱਕ ਮੈਨੂੰ ਯਾਦ ਹੈ ਉਸਦੇ ਆਪਣੇ ਸ਼ਬਦਾਂ ਵਿੱਚ ਇੱਥੇ ਲਿਖਦਾ ਹਾਂ। ਵਰ੍ਹਿਆਂ ਤੱਕ ਮੈਂ ਇੱਕ ਅਜਿਹੀ ਕਾਪੀ ਰੱਖਦਾ ਰਿਹਾ ਹਾਂ ਜਿਸ ਵਿੱਚ ਮੈਂ ਉਹ ਸਭ ਕੰਮ ਲਿਖ ਲਿਆ ਕਰਦਾ ਸੀ ਜੋ ਮੈਂ ਦਿਨ ਭਰ ਵਿੱਚ ਕਰਨੇ ਹੁੰਦੇ ਸਨ। ਮੇਰਾ ਪਰਿਵਾਰ ਸ਼ਨੀਵਾਰ ਰਾਤ ਨੂੰ ਮੇਰੇ ਕਰਨ ਦੇ ਲਈ ਕੋਈ ਕੰਮ ਨਹੀਂ ਰੱਖਦਾ ਕਿਉਂਕਿ ਉਸ ਨੂੰ ਪਤਾ ਲੱਗਿਆ ਹੈ ਕਿ ਮੈਂ ਹਰੇਕ ਸ਼ਨੀਵਾਰ ਸ਼ਾਮ ਨੂੰ ਕੁਝ ਸਮਾਂ ਆਤਮ ਪ੍ਰੀਖਿਆ, ਜਾਂਚ ਪੜਤਾਲ ਅਤੇ ਪੁਨਰ ਵਿਚਾਰ ਦੀ ਉਜਾਲਾ ਕਰਨ ਵਾਲੀ ਕਿਰਿਆ ਵਿੱਚ ਲਗਾਉਂਦਾ ਹਾਂ। ਰਾਤ ਦੇ ਭੋਜਨ ਦੇ ਬਾਅਦ ਮੈਂ ਇਕਾਂਤ ਵਿੱਚ ਬੈਠ ਜਾਂਦਾ ਹਾਂ ਅਤੇ ਕਾਪੀ ਖੋਲ੍ਹ ਕੇ ਉਹਨਾਂ ਸਭ ਮੁਲਾਕਾਤਾਂ, ਵਿਵਾਦਾਂ ਅਤੇ ਸੰਮੇਲਨਾਂ ਉੱਤੇ ਵਿਚਾਰ ਕਰਦਾ ਹਾਂ ਜੋ ਹਫ਼ਤੇ ਭਰ ਵਿੱਚ ਹੋਏ ਹਨ। ਮੈਂ ਆਪਣੇ ਆਪ ਤੋਂ ਪੁੱਛਦਾ ਹਾਂ ਉਸ ਸਮੇਂ ਮੈਂ ਕਿਹੜੀਆਂ ਭੁੱਲਾਂ ਕੀਤੀਆਂ, ਮੈਂ ਠੀਕ ਕੰਮ ਕੀ ਕੀਤਾ ਅਤੇ ਕਿਸ ਵਿਧੀ ਨਾਲ ਉਸ ਕੰਮ ਨੂੰ ਹੋਰ ਵੀ ਚੰਗੀ ਤਰ੍ਹਾਂ ਮੈਂ ਕਰ ਸਕਦਾ ਸੀ। ਉਸ ਅਨੁਭਵ ਤੋਂ ਮੈਂ ਕੀ ਸਿੱਖਿਆਵਾਂ ਲੈ ਸਕਦਾ ਹਾਂ। ਮੈਂ ਅਕਸਰ ਦੇਖਦਾ ਹਾਂ ਕਿ ਇਹ ਸਪਤਾਹਿਕ ਪੁਨਰ ਵਿਚਾਰ ਮੈਨੂੰ ਬਹੁਤ ਹੀ ਦੁਖੀ ਕਰ ਦਿੰਦਾ ਹੈ। ਮੈਨੂੰ ਵਾਰ-ਵਾਰ ਆਪਣੀਆਂ ਹੀ ਭੁੱਲਾਂ ਉੱਤੇ ਹੈਰਾਨੀ ਹੁੰਦੀ ਹੈ। ਹਾਂ, ਇਹ ਠੀਕ ਹੈ ਕਿ ਜਿਉਂ-ਜਿਉਂ ਵਰ੍ਹੇ ਬੀਤ ਰਹੇ ਹਨ ਇਹ ਭੁੱਲਾਂ ਘੱਟ ਹੁੰਦੀਆਂ ਜਾ ਰਹੀਆਂ ਹਨ। ਕਦੇ-ਕਦੇ ਤਾਂ ਹੁਣ ਮੈਨੂੰ ਇਸ ਆਤਮ ਪ੍ਰੀਖਿਆ ਤੋਂ ਉੱਠਦੇ ਹੀ ਆਪਣੀ ਪਿੱਠ ਉੱਤੇ ਥਪਕੀ ਦੇਣ ਨੂੰ ਮਨ ਕਰਦਾ ਹੈ। ਇਸ ਆਤਮ ਵਿਸ਼ਲੇਸ਼ਣ, ਆਤਮ ਸਿੱਖਿਆ ਦੀ ਵਿਧੀ ਦੇ ਵਰ੍ਹਿਆਂ ਦੇ ਲਗਾਤਾਰ ਅਭਿਆਸ ਨੇ ਮੈਨੂੰ ਜਿੰਨਾ ਲਾਭ ਪਹੁੰਚਾਇਆ ਹੈ ਉਨਾ ਕਿਸੇ ਵੀ ਦੂਸਰੀ ਵਿਧੀ ਨੇ ਨਹੀਂ ਪਹੁੰਚਾਇਆ। ਇਸ ਨੇ ਮੈਨੂੰ ਫੈਸਲਾ ਕਰਨ ਦੀ ਯੋਗਤਾ ਨੂੰ ਉੱਨਤ ਕਰਨ ਵਿੱਚ ਬਹੁਤ ਸਹਾਇਤਾ ਦਿੱਤੀ ਹੈ ਅਤੇ ਇਸ ਨੂੰ ਮੈਨੂੰ ਲੋਕਾਂ ਦੇ ਨਾਲ ਆਪਣੇ ਸਾਰੇ ਸੰਪਰਕਾਂ ਨੂੰ ਵਧਾਉਣ ਵਿੱਚ ਭਾਰੀ ਸਹਾਇਤਾ ਦਿੱਤੀ ਹੈ। ਮੈਂ ਇਸ ਦੀ ਜਿੰਨੀ ਪ੍ਰਸ਼ੰਸਾ ਕਰ ਸਕਾਂ ਥੋੜ੍ਹੀ ਹੈ। ਇਸ ਪੁਸਤਕ ਵਿੱਚ ਜਿਨ੍ਹਾਂ ਸਿਧਾਂਤਾਂ ਉੱਤੇ ਵਿਚਾਰ ਕੀਤਾ ਗਿਆ ਹੈ ਉਹਨਾਂ ਦੇ ਪ੍ਰਯੋਗ ਦੀ ਪੁਸ਼ਟੀ ਕਰਨ ਦੇ ਲਈ ਕੋਈ ਇਸ ਪ੍ਰਕਾਰ ਦੀ ਵਿਧੀ ਕਿਉਂ ਨਾ ਕੰਮ ਵਿੱਚ ਲਿਆਂਦੀ ਜਾਵੇ। ਜੇ ਤੁਸੀਂ ਅਜਿਹੀ ਵਿਧੀ ਤੋਂ ਕੰਮ ਲਵੋਗੇ ਤਾਂ ਇਸ ਦਾ ਨਤੀਜਾ ਦੋ ਗੱਲਾਂ ਹੋਣਗੀਆਂ। ਪਹਿਲੀ ਗੱਲ, ਤੁਸੀਂ ਆਪਣੇ ਆਪ ਨੂੰ ਅਜਿਹੀ ਸਿੱਖਿਆ ਪ੍ਰਣਾਲੀ ਵਿੱਚ ਲਗਾ ਪਾਓਗੇ ਜੋ ਬੇਸ਼ਕੀਮਤੀ ਅਤੇ ਹੈਰਾਨੀਜਨਕ ਹੈ। ਦੂਸਰੀ, ਤੁਸੀਂ ਦੇਖੋਗੇ ਕਿ ਲੋਕਾਂ ਨੂੰ ਮਿਲਣ ਅਤੇ ਵਿਹਾਰ ਕਰਨ ਦੀ ਤੁਹਾਡੀ ਯੋਗਤਾ ਕੌੜੀ ਵੇਲ ਦੀ ਤਰ੍ਹਾਂ ਵੱਧਦੀ ਅਤੇ ਫੈਲਦੀ ਜਾ ਰਹੀ ਹੈ। ਅਧਿਆਇ 9। ਇਸ ਪੁਸਤਕ ਦੇ ਅੰਤ ਵਿੱਚ ਤੁਹਾਨੂੰ ਇੱਕ ਰੋਜ਼ਨਾਮਚਾ ਮਿਲੇਗਾ ਜਿਸ ਵਿੱਚ ਤੁਹਾਨੂੰ ਇਹਨਾਂ ਸਿਧਾਂਤਾਂ ਦੇ ਪ੍ਰਯੋਗ ਵਿੱਚ ਆਪਣੀਆਂ ਸਫਲਤਾਵਾਂ ਲਿਖਣੀਆਂ ਚਾਹੀਦੀਆਂ ਹਨ। ਜੋ ਕੁਝ ਲਿਖੋ ਨਿਸ਼ਚਿਤ ਰੂਪ ਵਿੱਚ ਲਿਖੋ। ਨਾਮ, ਤਾਰੀਖਾਂ, ਨਤੀਜੇ ਦਰਜ ਕਰੋ।
ਐਸਾ ਰੋਜ਼ਨਾਮਚਾ ਰੱਖਣਾ ਤੁਹਾਡੀ ਹੋਰ ਵੀ ਬੜੇ ਉਦਯੋਗਾਂ ਦੇ ਲਈ ਹੌਸਲਾ ਅਫਜ਼ਾਈ ਕਰੇਗਾ। ਅੱਜ ਤੋਂ ਕਈ ਵਰ੍ਹੇ ਬਾਅਦ ਜੋ ਤੁਸੀਂ ਇਸ ਸਹਿਯੋਗ ਨਾਲ ਇਸ ਸਿੱਖਿਆਵਾਂ ਨੂੰ, ਇਹਨਾਂ ਘਟਨਾਵਾਂ ਨੂੰ ਯਾਦ ਕਰੋਗੇ ਅਤੇ ਇਹਨਾਂ ਉੱਤੇ ਦ੍ਰਿਸ਼ਟੀ ਮਾਰੋਗੇ ਤਾਂ ਇਹ ਕਿੰਨੀ ਮੋਹਣੀ ਪ੍ਰਤੀਤ ਹੋਵੇਗੀ। ਇਸ ਪੁਸਤਕ ਤੋਂ ਜ਼ਿਆਦਾ ਲਾਭ ਉਠਾਉਣ ਦੇ ਲਈ ਲੋਕਾਂ ਦੇ ਨਾਲ ਵਿਹਾਰ ਕਰਨ ਦੇ ਸਿਧਾਂਤਾਂ ਨੂੰ ਸਿੱਖਣ ਦੀ ਗੂੜ੍ਹੀ ਅਤੇ ਅੱਗੇ ਧਕੇਲਣ ਵਾਲੀ ਇੱਛਾ ਵਧਾਓ। ਹਰੇਕ ਅਧਿਆਇ ਨੂੰ 2 ਵਾਰ ਪੜ੍ਹਨ ਦੇ ਬਾਅਦ ਹੀ ਤੀਸਰੇ ਨੂੰ ਹੱਥ ਲਗਾਓ। ਪੜ੍ਹਦੇ ਸਮੇਂ ਆਪਣੇ ਮਨ ਤੋਂ ਇਹ ਪੁੱਛਣ ਦੇ ਲਈ ਕਿ ਹਰੇਕ ਸੰਕੇਤ ਦਾ ਪ੍ਰਯੋਗ ਤੁਸੀਂ ਕਿਵੇਂ ਕਰ ਸਕਦੇ ਹੋ, ਵਾਰ-ਵਾਰ ਠਹਿਰੋ। ਹਰੇਕ ਮਹੱਤਵਪੂਰਨ ਵਿਚਾਰ ਚਿੰਨ੍ਹ ਲਗਾਓ। ਹਰ ਮਹੀਨੇ ਇਸ ਪੁਸਤਕ ਉੱਤੇ ਦੁਬਾਰਾ ਵਿਚਾਰ ਕਰੋ। ਜਦੋਂ ਵੀ ਚੰਗਾ ਮੌਕਾ ਮਿਲੇ ਇਹਨਾਂ ਸਿਧਾਂਤਾਂ ਦਾ ਪ੍ਰਯੋਗ ਕਰੋ। ਆਪਣੀਆਂ ਪ੍ਰਤੀਨਿਧੀਆਂ ਸਮੱਸਿਆਵਾਂ ਦੇ ਹੱਲ ਵਿੱਚ ਸਹਾਇਤਾ ਲੈਣ ਦੇ ਲਈ ਇਸ ਪੁਸਤਕ ਦਾ ਇੱਕ ਵਿਹਾਰਕ ਗੁਟਕੇ ਦੇ ਰੂਪ ਵਿੱਚ ਉਪਯੋਗ ਕਰੋ। ਤੁਹਾਡਾ ਮਿੱਤਰ ਜਦੋਂ ਵੀ ਤੁਹਾਨੂੰ ਇਹਨਾਂ ਸਿਧਾਂਤਾਂ ਵਿੱਚੋਂ ਕਿਸੇ ਇੱਕ ਨੂੰ ਭੰਗ ਕਰਦੇ ਹੋਏ ਫੜੇ, ਉਦੋਂ ਉਸਨੂੰ ਇੱਕ ਪੈਸਾ ਜਾਂ ਆਨਾ ਦੇ ਕੇ ਇਹਨਾਂ ਨਿਯਮਾਂ ਦਾ ਸਿੱਖਣਾ ਇੱਕ ਉਤਸ਼ਾਹਪੂਰਨ ਖੇਲ ਬਣਾ ਲਵੋ। ਜੋ ਤਰੱਕੀ ਤੁਸੀਂ ਕਰ ਰਹੇ ਹੋ, ਹਰ ਹਫ਼ਤੇ ਉਸ ਨੂੰ ਮਜ਼ਬੂਤ ਕਰੋ। ਆਪਣੇ ਆਪ ਨੂੰ ਪੁੱਛੋ, ਕਿਹੜੀਆਂ ਭੁੱਲਾਂ ਮੈਂ ਕੀਤੀਆਂ ਹਨ, ਭਵਿੱਖ ਦੇ ਲਈ ਕਿਹੜੇ ਸੁਧਾਰ, ਕਿਹੜੀਆਂ ਸਿੱਖਿਆਵਾਂ ਮੈਂ ਸਿੱਖਣੀਆਂ ਹਨ। ਇਸ ਪੁਸਤਕ ਦੀ ਪਿੱਠ ਉੱਤੇ ਇੱਕ ਰੋਜ਼ਨਾਮਚਾ ਰੱਖੋ ਜਿਸ ਵਿੱਚ ਲਿਖਿਆ ਹੋਵੇ ਕਿ ਤੁਸੀਂ ਕਦੋਂ ਅਤੇ ਕਿਵੇਂ ਇਹਨਾਂ ਸਿਧਾਂਤਾਂ ਦਾ ਉਪਯੋਗ ਕੀਤਾ ਹੈ।